ਹੋਏਗੀ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ਼ੁਰੂ ਦੇ ਵਿੱਚ ਹੀ ਜਦੋਂ ਟੈਂਡਰਸ ਅਲਾਟ ਕੀਤੇ ਜਾਂਦੇ ਨੇ, ਬਿਲਡਿੰਗ ਸਟਾਰਟ ਹੁੰਦੀ ਹੈ, ਬਿਲਡਿੰਗ ਦੇ ਸਟਾਰਟ ਹੋਣ ਦੀ ਤੇ ਕੰਪਲੀਟ ਹੋਣ ਦੀ ਡੇਟ ਫਿਕਸ ਹੁੰਦੀ ਹੈ। ਪਰ ਅੱਜ 14 ਸਾਲ ਹੋ ਚੁੱਕੇ ਨੇ, ਲੇਕਿਨ ਇਹਨਾਂ ਕੋਲ ਰਿਕਾਰਡਾਂ ਦੇ ਵਿੱਚ ਇਸ ਬਿਲਡਿੰਗ ਨੂੰ ਕੰਪਲੀਟ ਹੋਣ ਤੱਕ ਦੀ ਡੇਟ ਵੀ ਨਹੀਂ ਹੈ। ਇਹ ਪਾਰਲੀਮੈਂਟ ਬਿਲਡਿੰਗ ਵੀ 3 ਸਾਲ 'ਚ ਬਣ ਸਕਦੀ ਹੈ ਤੇ ਇਹ ਆਡੀਟੋਰੀਅਮ ਦੀ ਬਿਲਡਿੰਗ ਨੂੰ ਇੰਨੇ ਸਾਲ ਬਣਨ ਨੂੰ ਕੀ ਲੱਗ? ਜੇ ਕੰਸਟਰਕਸ਼ਨ ਕਾਸਟ ਇਹਦੀ 40 ਕਰੋੜ ਸੀ, 9 ਦੇ ਵਿੱਚ ਸ਼ੁਰੂ ਹੋਇਆ, 21 ਦੇ ਵਿੱਚ ਜਾ ਕੇ 45 ਕਰੋੜ ਖਰਚ ਆ ਚੁੱਕੇ ਨੇ, ਤਾਂ ਕੰਸਟਰਕਸ਼ਨ ਤਾਂ ਪੂਰੀ ਹੋਣੀ ਚਾਹੀਦੀ। ਇਹ ਤੁਹਾਡਾ ਸੋਰਸ ਆਫ ਫੰਡ ਕੀ ਹੈ? ਤਾਂ ਇਹਨਾਂ ਨੇ UGC, MHRD ਤੇ ਹੋਰ ਚੀਜ਼ਾਂ ਦੇ ਇਲਾਵਾ ਦੱਸਿਆ ਕਿ ਜੋ ਪੰਜਾਬ ਯੂਨੀਵਰਸਿਟੀ ਕੈਂਪਸ ਅਤੇ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਹੋਏ 200 ਐਫੀਲੀਏਟਡ ਕਾਲਜ ਹੈ, ਉਹਨਾਂ ਦੇ ਸਟੂਡੈਂਟਸ ਦਾ ਵੀ ਫੰਡ ਇਸ ਦੇ ਵਿੱਚ ਇਸਤੇਮਾਲ ਦੇ ਵਿੱਚ ਉਸ ਸਮੇਂ ਦੇ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਜੀ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ। ਉਸ ਟਾਈਮ ਇਹ ਕਿਹਾ ਜਾਂਦਾ ਸੀ ਕਿ ਇਹ ਇਮਾਰਤ 35 ਕਰੋੜ ਰੁਪਏ ਨਾਲ ਬਣੀ। ਉਹਦੇ ਵਿੱਚ ਦੇਖਦੇ ਹਾਂ ਤਾਂ ਉਹਦੇ ਵਿੱਚ 2 ਅਗਸਤ 2019 ਦੇ ਵਿੱਚ ਹਵਨ ਕਰਵਾਇਆ ਗਿਆ ਯੂਨੀਵਰਸਿਟੀ ਨੂੰ। ਕਿੰਨੀ ਹੈਰਾਨੀ ਦੀ ਗੱਲ ਹੈ ਕਿ 10 ਸਾਲਾਂ ਦਾ ਮਲਟੀਪਰਪਜ਼ ਆਡੀਟੋਰੀਅਮ ਇਹਨਾਂ ਤੋਂ ਪੂਰਾ ਨਹੀਂ ਹੋਇਆ ਤੇ 10ਵੇਂ ਸਾਲ 'ਚ ਜਾ ਕੇ ਇਹਨਾਂ ਨੂੰ ਹਵਨ ਕਰਵਾਉਣਾ। ਵਿਦਿਆਰਥੀਆਂ ਦਾ ਪੈਸਾ ਜਿਹੜਾ ਕਿ ਵਿਦਿਆਰਥੀਆਂ ਦੇ ਹੱਕਾਂ ਦੇ ਲਈ ਲੱਗਣਾ ਚਾਹੀਦਾ ਸੀ, ਉਹ ਅੱਜ ਉਸ ਇਮਾਰਤ ਤੇ ਲਾ ਦਿੱਤਾ ਗਿਆ ਜੋ ਕਿ ਸਫੇਦ ਹਾਥੀ ਬਣ ਚੁੱਕਿਆ। ਜੇ ਇਹਨਾਂ ਦਾ ਅਖਬਾਰਾਂ ਦੇ ਵਿੱਚ ਕੁਝ ਹੋਰ ਜਵਾਬ ਨੇ, RT ਦੇ ਵਿੱਚ ਕੁਝ ਹੋਰ ਜਵਾਬ ਨੇ ਤੇ ਨਜ਼ਰ ਕੁਝ ਹੋਰ ਆ ਰਿਹਾ ਤਾਂ ਅਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਮਲਟੀਪਰਪਜ਼ ਆਡੀਟੋਰੀਅਮ ਨੂੰ ਬਣਾਉਣ ਦੇ ਪਿੱਛੇ ਕੀ ਅਸਲ ਪਰਪਸ ਮਲਟੀਪਰਪਜ਼ ਐਕਟੀਵਿਟੀਜ਼ ਹੀ ਸੀ ਜਾਂ ਕੋਈ ਹੋਰ ਪਰਪਸ ਸੀ ਜਿਹੜਾ ਮਲਟੀਪਰਪਜ਼ ਤੋਂ ਵੀ ਇਲਾਵਾ। ਇਸ ਬਿਲਡਿੰਗ ਦੇ ਵਿੱਚ ਸਟੂਡੈਂਟਸ ਦਾ ਫੰਡ ਵੀ ਲੱਗ ਰਿਹਾ ਹੈ ਤੇ ਸਰਕਾਰ ਦਾ ਫੰਡ ਵੀ ਲੱਗ ਰਿਹਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ 14 ਸਾਲ ਹੋ ਗਏ ਨੇ ਇਸ ਬਿਲਡਿੰਗ ਨੂੰ ਤੇ ਕਿਹੜੇ ਸਾਲ ਤੱਕ ਕੰਪਲੀਟ ਹੋਏਗੀ? Three things can never be hidden: the sun, the moon and the truth. ਹੈਲੋ, ਸਤਿ ਸ਼੍ਰੀ ਅਕਾਲ। ਮੈਂ ਦਵਿੰਦਰਪਾਲ ਸਿੰਘ ਫਰੋਮ PU ਪਲਸ। ਅੱਜ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਮਲਟੀਪਰਪਸ ਆਡੀਟੋਰੀਅਮ ਦੇ ਸਾਹਮਣੇ ਅਸੀਂ ਅੱਜ ਖੜੇ ਹਾਂ ਤੇ ਪੁਰਾਣੇ ਸਟੂਡੈਂਟ ਜਿਹੜੇ ਯੂਨੀਵਰਸਿਟੀ ਦੇ ਨੇ ਉਹਨਾਂ ਨੂੰ ਤਾਂ ਪਤਾ ਹੈ ਕਿ ਇਹ ਆਡੀਟੋਰੀਅਮ ਕਿੰਨੇ ਸਾਲਾਂ ਤੋਂ ਬਣ ਰਿਹਾ ਤੇ ਜਿਹੜੇ ਨਵੇਂ ਸਟੂਡੈਂਟਸ ਨੇ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਹੋਏਗਾ ਕਿਉਂਕਿ ਇਹ ਆਡੀਟੋਰੀਅਮ ਸਾਊਥ ਕੈਂਪਸ ਦੇ ਵਿੱਚ ਹੈਗਾ। ਤੇ ਅੱਜ ਸਾਡੇ ਨਾਲ ਫੇਰ ਵਾਪਸ ਆਏ ਨੇ ਡਾਕਟਰ RK ਸਿੰਗਲਾ, RTI ਐਕਟਿਵਿਸਟ। ਉਹਨਾਂ ਨਾਲ ਅੱਜ ਗੱਲ ਕਰਦੇ ਹਾਂ ਤੇ ਪਤਾ ਕਰਦੇ ਹਾਂ ਇਸ ਇਸ਼ੂ ਦੇ ਪਿੱਛੇ ਕੀ ਕਹਾਣੀ ਹੈ। ਵੈਲਕਮ ਸਰ। ਤੇ ਸਰ, ਤੁਸੀਂ ਜੇ ਪਾਰਲੀਮੈਂਟ ਬਿਲਡਿੰਗ ਵੀ 3 ਸਾਲ 'ਚ ਬਣ ਸਕਦੀ ਹੈ ਤੇ ਇਹ ਆਡੀਟੋਰੀਅਮ ਦੀ ਬਿਲਡਿੰਗ ਨੂੰ ਇੰਨੇ ਸਾਲ ਬਣਨ ਨੂੰ ਕੀ ਲੱਗੇ ਕਿ ਕੀ ਇਸ਼ੂ ਹੈ ਇਹਦੇ ਪਿੱਛੇ? ਇੰਨੇ ਸਾਲ ਲਗਾ ਦੇਣਾ ਹੀ ਇਸ ਬਿਲਡਿੰਗ ਦੀ ਖਾਸੀਅਤ ਹੈ, ਕਿਉਂਕਿ ਜਿੰਨੇ ਸਾਲ ਜ਼ਿਆਦਾ ਲੱਗਣਗੇ ਬਿਲਡਿੰਗ ਅਧੂਰੀ ਰਹੇਗੀ, ਖਰਚੇ ਹੁੰਦੇ ਰਹਿਣਗੇ, ਕੰਮ ਚੱਲਦਾ ਰਹੇਗਾ। ਸ਼ਾਇਦ ਇਹੀ ਕਾਰਨ ਹੈ ਕਿ ਮੈਨੂੰ ਨਹੀਂ ਨਜ਼ਰ ਆਉਂਦਾ ਕਿ ਇਸ ਬਿਲਡਿੰਗ ਨੂੰ ਕੰਪਲੀਟ ਹੋਣ ਦੇ ਲਈ ਰਸਤੇ ਦੇ ਵਿੱਚ ਕੋਈ ਵੀ ਰੁਕਾਵਟ ਪਈ ਹੋਵੇ। ਪਰ ਜਿਸ ਤਰੀਕੇ ਦੇ ਨਾਲ ਇਹਨੂੰ ਅਧੂਰਾ ਰੱਖਿਆ ਗਿਆ, ਇਸ 'ਤੇ ਲਗਾਤਾਰ ਖਰਚਾ ਹੁੰਦਾ ਜਾ ਰਿਹਾ ਹੈ ਤੇ ਲਗਾਤਾਰ ਡਰਾਮੇਬਾਜ਼ੀ ਚੱਲ ਰਹੀ ਹੈ, ਪਰ ਬਿਲਡਿੰਗ ਉਵੇਂ ਦੀ ਉਵੇਂ ਪਈ ਹੈ। ਇਸ ਤੋਂ ਪਤਾ ਲੱਗਦਾ ਕਿ ਇਹਦੇ ਵਿੱਚ ਡੈਫੀਨੇਟਲੀ ਇਹ ਕੁਝ ਗੋਲਮਾਲ ਹੈ। ਵੈਸੇ ਤਾਂ ਗੋਲਮਾਲ ਤਕਰੀਬਨ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋ ਰਹੀਆਂ ਸਾਰੀਆਂ ਇਮਾਰਤਾਂ ਦੇ ਵਿੱਚ ਹੀ ਹੈ ਜਿਹੜੀਆਂ ਨਵੀਆਂ ਬਣੀਆਂ ਪਿਛਲੇ 20 ਸਾਲਾਂ ਦੇ ਵਿੱਚ, ਲੇਕਿਨ ਇਹ ਇਮਾਰਤ ਉਹਨਾਂ ਸਾਰਿਆਂ ਤੋਂ ਵੱਖਰੀ ਹੈ ਕਿਉਂਕਿ ਬਾਕੀ ਇਮਾਰਤਾਂ ਦੇ ਵਿੱਚ ਕਮੀਆਂ ਪੇਸ਼ੀਆਂ ਜਾਂ ਘਪਲੇ ਘੁਟਾਲੇ ਨਜ਼ਰ ਜ਼ਰੂਰ ਆਉਂਦੇ ਨੇ, ਲੇਕਿਨ ਉਹ ਬਿਲਡਿੰਗਸ ਪੂਰੀਆਂ ਹੋ ਗਈਆਂ। ਜਦ ਕਿ ਇਹਦੇ ਵਿੱਚੋਂ ਸਾਰੀਆਂ ਚੀਜ਼ਾਂ ਤਾਂ ਨਜ਼ਰ ਆਉਂਦੀਆਂ ਬਿਲਡਿੰਗ ਵੀ ਉਵੇਂ ਦੀ ਉਵੇਂ ਅਧੂਰੀ ਖੜੀ ਹੈ। ਆਖਿਰ ਉਹ ਕੀ ਕਾਰਨ ਨੇ ਜੋ ਇਸ ਬਿਲਡਿੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਤੇ ਪੈਸਾ ਧੜਾ ਧੜ ਖਰਚ ਹੁੰਦਾ ਜਾ ਰਿਹਾ ਹੈ? ਤੇ ਸਰ, ਮੇਰਾ ਇਹੀ ਸਵਾਲ ਹੈ ਕਿ ਇਹਦੇ ਪਿੱਛੇ ਕੀ ਕੋਈ ਫੰਡਿੰਗ ਇਸ਼ੂ ਹੈ ਜਾਂ ਕੋਈ ਲੀਗਲ ਇਸ਼ੂ ਹੈਗਾ ਕਿ ਇਹਦੀ ਕੰਸਟਰਕਸ਼ਨ ਇਸ ਟਾਈਮ ਰੁਕੀ ਪਈ ਹੈ? ਨਹੀਂ, ਜਿੱਥੋਂ ਤੱਕ ਸੰਬੰਧ ਹੈ ਫੰਡਿੰਗ ਦਾ, ਮੈਨੂੰ ਨਹੀਂ ਲੱਗਦਾ ਇਸ ਦੇ ਵਿੱਚ ਕੋਈ ਫੰਡਿੰਗ ਦਾ ਇਸ਼ੂ ਹੋਵੇ, ਕਿਉਂਕਿ ਇਹ ਜਦੋਂ 2009 ਦੇ ਵਿੱਚ ਉਸ ਸਮੇਂ ਦੇ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਜੀ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ। ਉਸ ਟਾਈਮ ਇਹ ਕਿਹਾ ਜਾਂਦਾ ਸੀ ਕਿ ਇਹ ਇਮਾਰਤ 35 ਕਰੋੜ ਰੁਪਏ ਨਾਲ ਬਣੇਗੀ। ਜਦੋਂ ਮੈਂ RT ਦੇ ਵਿੱਚ ਕਾਗਜ਼ ਕਢਾਏ, ਉਹਦੇ ਵਿੱਚ ਵੀ ਇਹਨਾਂ ਨੇ ਲਿਖਿਆ ਕਿ ਸ਼ੁਰੂਆਤ ਦੇ ਵਿੱਚ ਇਸ ਦੀ ਜਿਹੜੀ ਕੰਸਟਰਕਸ਼ਨ ਕਾਸਟ ਸੀ ਉਹ 40 ਕਰੋੜ ਸੀ। ਅੱਜ ਦੀ ਰੇਟ ਦੇ ਵਿੱਚ, ਹਾਲਾਂਕਿ ਇਹ ਸਹੀ ਫਿਗਰ RT ਦੇ ਵਿੱਚ ਨਹੀਂ ਦੱਸ ਰਹੇ, ਅਧੂਰੇ ਦੱਸ ਰਹੇ ਨੇ, ਪਰ ਸੁਣਨ ਦੇ ਵਿੱਚ ਆਇਆ ਕਿ ਲਗਭਗ 100 ਕਰੋੜ ਰੁਪਇਆ ਖਰਚਾ ਹੋ ਚੁੱਕਿਆ ਤੇ ਬਿਲਡਿੰਗ ਹੁਣੇ ਵੀ ਅਧੂਰੀ ਪਈ ਹੈ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਫੰਡਿੰਗ ਦਾ ਨਾ ਮਿਲਣਾ, ਘੱਟ ਮਿਲਣਾ, ਸਮੇਂ ਸਿਰ ਨਾ ਮਿਲਣਾ ਬਹਾਨਾ ਜ਼ਰੂਰ ਬਣਾ ਲਿਆ ਹੋਵੇਗਾ ਇਸ ਬਿਲਡਿੰਗ ਨੂੰ ਅਧੂਰੀ ਛੱਡਣ ਲਈ। ਤੇ ਸਰ, ਜੇ ਫੰਡਿੰਗ ਦਾ ਤੁਸੀਂ ਦੱਸ ਰਹੇ ਹੋ ਫੰਡਿੰਗ ਦੇ ਬਾਰੇ, ਤੇ ਹੋਰ ਕੀ ਇੱਕ ਇਸ਼ੂ ਹੈ ਕਿ ਐਡਮਿਨਿਸਟ੍ਰੇਸ਼ਨ ਦੇ ਵੱਖੋਂ ਕੀ ਮਤਲਬ ਤੁਸੀਂ ਕਹੋਗੇ? ਵੈਸੇ ਤਾਂ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇਸ਼ੂ ਹੈ ਕਿ ਇਹ ਬਿਲਡਿੰਗ ਬਣਾਈ ਕਿਉਂ ਗਈ। ਜਦੋਂ ਮੈਂ ਇਹਨਾਂ ਨੂੰ ਪੁੱਛਿਆ ਕਿ ਮਲਟੀਪਰਪਜ਼ ਆਡੀਟੋਰੀਅਮ ਨੂੰ ਬਣਾਉਣ ਦਾ ਮੰਤਵ ਕੀ ਸੀ, ਕਿਉਂਕਿ RT ਦੇ ਵਿੱਚ ਮੰਗਾਏ ਗਏ ਦਸਤਾਵੇਜ਼ ਇਹ ਦੱਸਦੇ ਨੇ ਕਿ ਇਸ ਬਿਲਡਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੰਜਾਬ ਯੂਨੀਵਰਸਿਟੀ ਦੇ ਵਿੱਚ 10 ਆਡੀਟੋਰੀਅਮ ਸੀ। ਜਦੋਂ ਇੱਕ ਯੂਨੀਵਰਸਿਟੀ ਦੇ ਵਿੱਚ 10 ਆਡੀਟੋਰੀਅਮ ਹੋਣ
ਤਾਂ 11ਵਾਂ ਆਡੀਟੋਰੀਅਮ ਬਣਾਉਣ ਦੀ ਕੀ ਜ਼ਰੂਰਤ ਪਈ, ਉਹ ਵੀ ਇੰਨੇ ਕਰੋੜ ਰੁਪਏ ਖਰਚ ਕੇ। ਤਾਂ ਇਹਨਾਂ ਦਾ ਜਵਾਬ ਆਇਆ ਕਿ ਇਹਨਾਂ ਕੋਲ ਕੋਈ ਵੀ ਰਿਕਾਰਡ ਨਹੀਂ, ਸਿਵਾਏ ਇਹ ਕਹਿੰਦੇ ਕਿ ਮਲਟੀਪਰਪਜ਼ ਆਡੀਟੋਰੀਅਮ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਮਲਟੀਪਰਪਜ਼ ਐਕਟੀਵਿਟੀਜ਼ ਦੇ ਲਈ ਹੈ। ਸੋ ਸਭ ਤੋਂ ਪਹਿਲੀ ਸ਼ੁਰੂਆਤ ਤਾਂ ਉਦੋਂ ਕੀਤੀ ਜਦੋਂ ਇਹਨਾਂ ਨੂੰ ਪਰਪਸ ਹੀ ਨਹੀਂ ਪਤਾ, ਉਦੇਸ਼ ਹੀ ਨਹੀਂ ਪਤਾ, ਜਿਸ ਦੇ ਨਾਲ ਇਹ ਆਡੀਟੋਰੀਅਮ ਨੂੰ ਬਣਾਉਣ ਦੀ ਜ਼ਰੂਰਤ ਪਈ, ਜਦ ਕਿ 10 ਆਡੀਟੋਰੀਅਮ ਇਸ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਹੀ ਸੀ। ਦੂਸਰੀ ਗੱਲ, ਜਦੋਂ ਅਸੀਂ ਮੀਡੀਆ ਰਿਪੋਰਟਾਂ ਦੇ ਵਿੱਚ ਦੇਖਦੇ ਹਾਂ ਤਾਂ ਉਹਦੇ ਵਿੱਚ 2 ਅਗਸਤ 2019 ਦੇ ਵਿੱਚ ਹਵਨ ਕਰਵਾਇਆ ਗਿਆ ਯੂਨੀਵਰਸਿਟੀ ਨੇ। ਕਿੰਨੀ ਹੈਰਾਨੀ ਦੀ ਗੱਲ ਹੈ ਕਿ 10 ਸਾਲਾਂ ਦਾ ਮਲਟੀਪਰਪਜ਼ ਆਡੀਟੋਰੀਅਮ ਇਹਨਾਂ ਤੋਂ ਪੂਰਾ ਨਹੀਂ ਹੋਇਆ ਤੇ 10ਵੇਂ ਸਾਲ 'ਚ ਜਾ ਕੇ ਇਹਨਾਂ ਨੂੰ ਹਵਨ ਕਰਵਾਉਣਾ ਪੈ ਰਿਹਾ ਹੈ ਤਾਂ ਕਿ ਇਸ ਨੂੰ ਪੂਰਾ ਕੀਤਾ ਜਾਵੇ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਅਗਲੇ ਸਾਲ ਯਾਨੀ ਕਿ 2020 ਦੀ ਮਈ ਤੱਕ ਇਹ ਪੂਰਾ ਹੋ ਜਾਏਗਾ। ਲੇਕਿਨ ਅੱਜ 2023 ਆ ਗਿਆ, ਫਿਰ ਵੀ ਪੂਰਾ ਨਹੀਂ ਹੋਇਆ। ਜਦੋਂ ਅਸੀਂ ਪੈਸੇ ਦੇਖਦੇ ਹਾਂ ਤਾਂ ਲਗਭਗ ਮੇਰਾ ਖਿਆਲ ਹੈ ਕਿ 2021 ਦੇ ਵਿੱਚ ਹੀ 50 ਕਰੋੜ ਰੁਪਇਆ ਖਰਚਿਆ ਜਾ ਚੁੱਕਿਆ ਸੀ। ਹੁਣ ਤਾਂ ਇਹ ਫਿਗਰ ਸ਼ਾਇਦ 100 ਦੇ ਆਸ-ਪਾਸ ਪਹੁੰਚ ਗਿਆ। ਸੋ ਇਸ ਕਰਕੇ ਪੈਸੇ ਦੀ ਵੀ ਕੋਈ ਕਮੀ ਨਹੀਂ। ਮੇਰਾ ਨਹੀਂ ਖਿਆਲ ਇਹਦੇ ਵਿੱਚ ਕੋਈ ਲੀਗਲ ਵੀ ਹੋਵੇ ਹਿੱਚ, ਕਿਉਂਕਿ ਜੇ ਲੀਗਲ ਹਿੱਚ ਹੁੰਦੀ ਤਾਂ ਇਹ ਸਾਨੂੰ ਦੱਸ ਦੇ। ਤੇ ਸਰ ਤੁਹਾਡੇ ਹਿਸਾਬ ਨਾਲ ਕੋਈ ਇਹਦੇ ਵਿੱਚ ਕਰਪਸ਼ਨ, ਤੁਸੀਂ ਕਹਿ ਸਕਦੇ ਕਿ ਐਡਮਿਨਿਸਟ੍ਰੇਸ਼ਨ ਪੈਸਾ ਖਾ ਰਿਹਾ ਹੈ, ਉਹ ਜਿਹੜੇ ਉੱਪਰੋਂ ਜਿਹੜੇ ਕੰਸਟਰਕਸ਼ਨ ਜਿਹੜੇ ਐਡਮਿਨਿਸਟ੍ਰੇਸ਼ਨ ਵਾਲੇ ਨੇ ਉਹ ਪੈਸੇ ਖਾ ਗਏ ਨੇ? ਹਾਂ, ਇਹ ਚੀਜ਼ ਬਿਲਕੁਲ ਸਹੀ ਹੈ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹਦੇ ਵਿੱਚ ਕਰਪਸ਼ਨ ਤੇ ਸਿਰਫ ਕਰਪਸ਼ਨ ਹੀ ਨਜ਼ਰ ਆ ਰਹੀ ਹੈ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ 2010 ਦੀ। ਉਸ ਟਾਈਮ ਮੈਂ RTI ਦੇ ਵਿੱਚ ਇੱਕ ਐਪਲੀਕੇਸ਼ਨ ਪਾ ਕੇ ਪੁੱਛਿਆ ਸੀ ਕਿ ਮੈਨੂੰ ਉਹ ਇਜਾਜ਼ਤ ਤੋਂ ਪਰਮਿਸ਼ਨਸ ਦੀ ਕਾਪੀ ਦਿੱਤੀਆਂ ਜਾਣ ਡਿਫਰੈਂਟ ਡਿਪਾਰਟਮੈਂਟਸ ਜਿਵੇਂ ਇਨਵਾਇਰਨਮੈਂਟ, ਫਾਇਰ ਸੇਫਟੀ, ਆਰਕੀਟੈਕਚਰ ਵਗੈਰਾ, ਜਿਨ੍ਹਾਂ ਦੀ ਮਨਜ਼ੂਰੀ ਦੇ ਨਾਲ ਇਹ ਬਿਲਡਿੰਗ ਦੀ ਸ਼ੁਰੂਆਤ ਹੋਈ। ਤੇ ਇਹਨਾਂ ਨੇ ਉਹ ਪਰਮਿਸ਼ਨਸ ਦੀ ਕਾਪੀ ਦੇਣ ਦੀ ਬਜਾਏ ਕਿਹਾ ਕਿ ਕਿਉਂਕਿ ਉਹ ਸਾਰੇ ਅਧਿਕਾਰੀ ਸਾਡੀ ਯੂਨੀਵਰਸਿਟੀ ਦੀਆਂ ਮੀਟਿੰਗਾਂ ਅਟੈਂਡ ਕਰਦੇ ਨੇ, ਇਸ ਕਰਕੇ ਸਾਨੂੰ ਪਰਮਿਸ਼ਨ ਦੀ ਲੋੜ ਹੀ ਨਹੀਂ। ਸੋ ਪਹਿਲੀ ਇਲੀਗੈਲਿਟੀ ਤਾਂ ਸ਼ੁਰੂਆਤ ਦੇ ਵਿੱਚ ਹੀ ਨਜ਼ਰ ਆ ਗਈ ਸੀ ਕਿ ਕਿਵੇਂ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ। ਤੇ ਸਰ ਤੁਹਾਡੇ ਕੋਲ ਕੋਈ ਐਵੀਡੈਂਸ ਵੀ ਹੋਏਗਾ ਜਿਹੜਾ ਤੁਸੀਂ ਇਹ ਕਲੇਮ ਕਰ ਰਹੇ ਹੋ, ਤੇ ਉਹ ਐਵੀਡੈਂਸ ਸਾਡੇ ਨਾਲ ਸ਼ੇਅਰ ਕਰੋ ਪਲੀਜ਼। ਹਾਂਜੀ, ਇਹਦੇ ਵਿੱਚ ਮੈਂ ਕਾਫੀ RTI ਐਪਲੀਕੇਸ਼ਨਸ ਪਾਈਆਂ। ਸਿਰਫ ਇੱਕ RTI ਐਪਲੀਕੇਸ਼ਨ ਦੇ ਵਿੱਚ ਹੀ ਆਏ ਹੋਏ ਦਸਤਾਵੇਜ਼ ਆਪਾਂ ਡਿਸਕਸ ਕਰਾਂਗੇ। ਉਸੇ ਤੋਂ ਪਤਾ ਲੱਗ ਜਾਂਦਾ ਹੈ ਕਿ ਇਸ ਦੇ ਵਿੱਚ ਕਾਫੀ ਕਰਪਸ਼ਨ ਹੈ। ਜਿਸ ਤਰੀਕੇ ਦੇ ਨਾਲ ਮੈਂ ਇਹਨਾਂ ਨੂੰ ਇੱਕ ਤਾਂ ਪੁੱਛਿਆ ਸੀ ਕਿ ਮੈਨੂੰ ਇਹ ਦੱਸਿਆ ਜਾਵੇ ਕਿ ਇਸ ਦੀ ਓਰੀਜਨਲ ਕੰਸਟਰਕਸ਼ਨ ਕਾਸਟ ਕਿੰਨੀ ਸੀ ਤੇ ਇਨਹਾਂਸਡ ਕਿੰਨੀ ਹੈ। ਤਾਂ ਇਹਨਾਂ ਨੇ ਲਿਖਿਆ ਹੈ ਕਿ ਓਰੀਜਨਲ ਕੰਸਟਰਕਸ਼ਨ ਕਾਸਟ 40 ਕਰੋੜ ਸੀ, ਫਰਨਿਸ਼ਿੰਗ ਵਗੈਰਾ ਦੇ ਨਾਲ 72 ਕਰੋੜ। ਤੇ ਬਾਅਦ ਦੇ ਵਿੱਚ ਇਹਨਾਂ ਨੇ ਇਹ ਜਵਾਬ ਨਵੰਬਰ 2021 ਦਾ ਇਹਨਾਂ ਨੇ ਲਿਖਿਆ ਹੁਣ ਤੱਕ 45.52 ਕਰੋੜ ਰੁਪਏ ਖਰਚ ਆ ਚੁੱਕੇ ਨੇ। ਜੇ ਕੰਸਟਰਕਸ਼ਨ ਕਾਸਟ ਇਹਦੀ 40 ਕਰੋੜ ਸੀ, 9 ਦੇ ਵਿੱਚ ਸ਼ੁਰੂ ਹੋਇਆ, 21 ਦੇ ਵਿੱਚ ਜਾ ਕੇ 45 ਕਰੋੜ ਖਰਚ ਆ ਚੁੱਕੇ ਨੇ, ਤਾਂ ਕੰਸਟਰਕਸ਼ਨ ਤਾਂ ਪੂਰੀ ਹੋਣੀ ਚਾਹੀਦੀ ਸੀ। ਫਰਨਿਸ਼ਿੰਗ ਵਗੈਰਾ ਹੈ ਜਿਹੜੀ ਅਧੂਰੀ ਰਹਿੰਦੀ ਹੋਵੇ, ਜਿਹੜਾ ਪਹਿਲਾ ਪਾਰਟ ਹੈ ਕੰਸਟਰਕਸ਼ਨ ਉਹਦਾ ਪੂਰਾ ਹੋਣਾ ਚਾਹੀਦਾ ਸੀ। ਜਦ ਕਿ ਹਾਲਾਤ ਇਹ ਹੈ ਕਿ ਹਜੇ ਤੱਕ ਕੰਸਟਰਕਸ਼ਨ ਦੇ ਪੂਰੇ ਹੋਣ ਦੇ ਕੋਈ ਆਸਾਰ ਨਹੀਂ ਆ ਰਹੇ। ਸੋ ਇਹ ਹੈ ਪਹਿਲਾ ਘਪਲਾ। ਦੂਸਰਾ, ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਸੀ, ਤੁਸੀਂ ਦੇਖ ਸਕਦੇ ਹੋ, ਇਹਨਾਂ ਨੂੰ ਮੈਂ ਪੁੱਛਿਆ ਸੀ ਕਿ ਇਹ ਆਡੀਟੋਰੀਅਮ ਕਿਉਂ ਬਣਾਉਣਾ ਪਿਆ। ਇਹਨਾਂ ਨੇ ਇੱਕ ਲਿਸਟ ਦਿੱਤੀ ਹੈ ਜਿਸ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਹੀ 10 ਆਡੀਟੋਰੀਅਮ ਨੇ। ਸੋ ਇਹਨਾਂ ਕੋਲ ਇਸ ਚੀਜ਼ ਦਾ ਵੀ ਕੋਈ ਜਵਾਬ ਨਹੀਂ ਕਿ ਜੇ ਇੱਕ ਯੂਨੀਵਰਸਿਟੀ ਦੇ ਕੋਲ 10 ਆਡੀਟੋਰੀਅਮ ਹੋਣ ਤਾਂ 11ਵੇਂ ਨੂੰ ਬਣਾਉਣ ਦੀ ਜ਼ਰੂਰਤ ਕਿਉਂ ਪਈ। ਫਿਰ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਇੱਕ ਮੈਂ ਇਹਨਾਂ ਨੂੰ ਪੁੱਛਿਆ ਸੀ, ਹਰ ਬਿਲਡਿੰਗ ਦੀ ਇੱਕ ਡੇਟ ਹੁੰਦੀ ਹੈ ਕਮੈਂਸਮੈਂਟ ਦੀ ਤੇ ਕੰਪਲੀਸ਼ਨ ਦੀ, ਕਿ ਇਹ ਪ੍ਰੋਜੈਕਟ ਕਿੰਨੇ ਪੀਰੀਅਡ ਦਾ ਸੀ, ਇਹ ਸਟਾਰਟ ਕਦੋਂ ਹੋਇਆ ਤੇ ਕੰਪਲੀਟ ਕਦੋਂ ਹੋਏਗਾ। ਇਹਨਾਂ ਨੇ ਲਿਖਿਆ ਕਮੈਂਸਮੈਂਟ ਡੇਟ 13 ਦਸੰਬਰ 2012, ਲੇਕਿਨ ਜਿੱਥੋਂ ਤੱਕ ਸੰਬੰਧ ਹੈ ਪ੍ਰੋਜੈਕਟ ਦੇ ਕੰਪਲੀਟ ਹੋਣ ਦਾ ਕਿ ਕਿਹੜੀ ਡੇਟ ਨੂੰ ਕੰਪਲੀਟ ਹੋਣਾ ਸੀ, ਤਾਂ ਜਵਾਬ ਆ ਰਿਹਾ ਹੈ ਫੰਡਸ ਆਰ ਬੀਇੰਗ ਸੈਂਕਸ਼ਨਡ ਇਨ ਫੇਜ਼ਡ ਮੈਨਰ ਐਂਡ ਦਾ ਡੇਟ ਕੈਨ ਬੀ ਫਿਕਸਡ ਓਨਲੀ ਵੈਨ ਦਾ ਫੰਡਸ ਆਰ ਸੈਂਕਸ਼ਨਡ ਕੰਪਲੀਟਲੀ। ਮਤਲਬ 2021 ਦੇ ਵਿੱਚ ਇਹ ਕਹਿ ਰਹੇ ਨੇ ਕਿ ਹਜੇ ਤੱਕ ਵੀ ਇਹਨਾਂ ਕੋਲੋਂ ਕੋਈ ਡੇਟ ਨਹੀਂ ਹੈ ਜਿਸ ਡੇਟ ਨੂੰ ਇਹ ਬਿਲਡਿੰਗ ਪੂਰੀ ਹੋਏਗੀ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ਼ੁਰੂ ਦੇ ਵਿੱਚ ਹੀ ਜਦੋਂ ਟੈਂਡਰਸ ਅਲਾਟ ਕੀਤੇ ਜਾਂਦੇ ਨੇ, ਬਿਲਡਿੰਗ ਸਟਾਰਟ ਹੁੰਦੀ ਹੈ, ਬਿਲਡਿੰਗ ਦੇ ਸਟਾਰਟ ਹੋਣ ਦੀ ਤੇ ਕੰਪਲੀਟ ਹੋਣ ਦੀ ਡੇਟ ਫਿਕਸਡ ਹੁੰਦੀ ਹੈ। ਪਰ ਅੱਜ 14 ਸਾਲ ਹੋ ਚੁੱਕੇ ਨੇ, ਲੇਕਿਨ ਇਹਨਾਂ ਕੋਲ ਰਿਕਾਰਡਾਂ ਦੇ ਵਿੱਚ ਇਸ ਬਿਲਡਿੰਗ ਨੂੰ ਕੰਪਲੀਟ ਹੋਣ ਤੱਕ ਦੀ ਡੇਟ ਵੀ ਨਹੀਂ ਹੈ ਜਿਹੜੀ ਦੱਸਦੀ ਹੈ ਕਿ ਇਹਦੇ ਵਿੱਚ ਕੋਈ ਨਾ ਕੋਈ ਗੋਲਮਾਲ ਜ਼ਰੂਰ ਹੈ। ਤੇ ਸਰ ਮੇਰਾ ਅਗਲਾ ਸਵਾਲ ਹੈ ਕਿ ਇਹ ਆਡੀਟੋਰੀਅਮ ਸਟੂਡੈਂਟਸ ਵਾਸਤੇ ਬਣ ਰਿਹਾ ਹੈ, ਹਾਂਜੀ, ਤੇ ਸਟੂਡੈਂਟਸ ਨੂੰ ਮੈਨੂੰ ਨਹੀਂ ਲੱਗਦਾ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਹੈਗੀ ਹੈ, ਤੇ ਸਟੂਡੈਂਟਸ ਵੀ ਇਹਦੇ ਬਾਰੇ ਕੋਈ ਮੁੱਦਾ ਉਠਾ ਨਹੀਂ ਰਹੇ। ਉਹਦੇ ਪਿੱਛੇ ਕੀ ਰੀਜ਼ਨ ਹੈ? ਇਹਦੇ ਵਿੱਚ ਇੱਕ ਤਾਂ ਜਿਵੇਂ ਤੁਸੀਂ ਦੱਸਿਆ ਕਿ ਸਟੂਡੈਂਟਸ ਕੈਂਪਸ ਕਲਾਸਾਂ ਮੇਨਲੀ 14 ਸੈਕਟਰ 'ਚ ਲੱਗਦੀਆਂ ਨੇ ਤੇ 25 ਸੈਕਟਰ 'ਚ ਨਜ਼ਰ ਨਹੀਂ ਆਉਂਦਾ। ਤੇ ਦੂਸਰਾ ਹੈ ਕਿ ਇਹਨਾਂ ਦਾ ਸੱਚਾਈ ਨੂੰ ਛੁਪਾਉਣ ਦੇ ਹੱਥਕੰਡੇ, ਜਿਵੇਂ ਕਿ RTI ਦੇ ਵਿੱਚ ਮੈਂ ਪਹਿਲੀ RTI ਐਪਲੀਕੇਸ਼ਨ 2010 'ਚ ਪਾਈ ਸੀ, ਅੱਜ 2023 ਆ ਗਿਆ। ਲਗਾਤਾਰ ਮੈਂ 13 ਸਾਲਾਂ ਤੋਂ ਲੱਗਿਆ ਹੋਇਆ, ਇਸ ਦੇ ਬਾਵਜੂਦ ਵੀ ਸਿਰਫ ਇੱਕ ਬਿਲਡਿੰਗ ਦੇ ਪੂਰੇ ਕਾਗਜ਼ ਮੈਨੂੰ ਨਹੀਂ ਮਿਲ ਰਹੇ। ਅਗਰ ਕੋਈ ਬੰਦਾ PhD LLB ਕਰਕੇ ਜ਼ਿੰਦਗੀ ਦੇ 13 ਸਾਲ ਲਗਾਉਂਦਾ ਹੈ ਤੇ ਉਹਦੇ ਹੱਥ 'ਚ ਵੀ ਕਾਗਜ਼ ਨਹੀਂ ਆ ਸਕਦੇ, ਤਾਂ ਅਸੀਂ ਕਿਵੇਂ ਉਮੀਦ ਰੱਖ ਸਕਦੇ ਹਾਂ ਕਿ ਜਿਹੜੇ ਸਟੂਡੈਂਟਸ ਹੈ ਉਹ RTI ਦੇ ਵਿੱਚ ਇਸ ਨੂੰ
ਨੰਗਾ ਕਰ ਪਾਉਣਗੇ। ਪਰ ਫਿਰ ਵੀ ਇੱਕ ਚੀਜ਼ ਮੈਂ ਦੱਸਣਾ ਚਾਹਾਂਗਾ ਕਿ ਸਟੂਡੈਂਟਸ ਨੂੰ ਵੀ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਔਰ ਜਿੰਨੀ ਕੁ ਵੀ ਕੋਸ਼ਿਸ਼ ਹੈ ਉਹ ਕਰਨੀ ਚਾਹੀਦੀ ਹੈ। ਕਿਉਂਕਿ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਤੁਹਾਡਾ ਸੋਰਸ ਆਫ ਫੰਡ ਕੀ ਹੈ, ਤਾਂ ਇਹਨਾਂ ਨੇ UGC MHRD ਤੇ ਹੋਰ ਚੀਜ਼ਾਂ ਦੇ ਇਲਾਵਾ ਦੱਸਿਆ ਕਿ ਜੋ ਪੰਜਾਬ ਯੂਨੀਵਰਸਿਟੀ ਕੈਂਪਸ ਅਤੇ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਹੋਏ 200 ਐਫੀਲੀਏਟਡ ਕਾਲਜ ਹੈ, ਉਹਨਾਂ ਦੇ ਸਟੂਡੈਂਟਸ ਦਾ ਵੀ ਫੰਡ ਇਸ ਦੇ ਵਿੱਚ ਇਸਤੇਮਾਲ ਹੋਇਆ ਹੈ। ਤਾਂ ਵਿਦਿਆਰਥੀਆਂ ਦਾ ਪੈਸਾ ਜਿਹੜਾ ਕਿ ਵਿਦਿਆਰਥੀਆਂ ਦੇ ਹੱਕਾਂ ਦੇ ਲਈ ਲੱਗਣਾ ਚਾਹੀਦਾ ਸੀ, ਉਹ ਅੱਜ ਉਸ ਇਮਾਰਤ ਤੇ ਲਾ ਦਿੱਤਾ ਗਿਆ ਹੈ ਜੋ ਕਿ ਸਫੇਦ ਹਾਥੀ ਬਣ ਚੁੱਕਿਆ ਹੈ, ਜਿਸ ਤੇ ਇੰਨਾ ਪੈਸਾ ਲਾਇਆ ਜਾ ਰਿਹਾ ਹੈ ਔਰ ਇਹ ਪਤਾ ਵੀ ਨਹੀਂ ਲੱਗ ਰਿਹਾ ਕਿ ਕਿਉਂ ਲਾਇਆ ਜਾ ਰਿਹਾ ਹੈ। ਜੋ ਬਿਲਡਿੰਗ ਦਾ ਕੋਈ ਯੂਜ਼ ਹੀ ਨਹੀਂ ਤੇ ਕੋਈ ਇਸਤੇਮਾਲ ਹੀ ਨਹੀਂ, ਤੇ ਉਹਦਾ ਇਹ ਵੀ ਨਹੀਂ ਪਤਾ ਉਹ ਪੂਰੀ ਕਦੋਂ ਹੋਣੀ ਹੈ। ਤੁਸੀਂ ਕਹਿ ਰਹੇ ਹੋ ਇਸ ਬਿਲਡਿੰਗ ਦੇ ਵਿੱਚ ਸਟੂਡੈਂਟਸ ਦਾ ਫੰਡ ਵੀ ਲੱਗ ਰਿਹਾ ਹੈ ਤੇ ਸਰਕਾਰ ਦਾ ਫੰਡ ਵੀ ਲੱਗ ਰਿਹਾ ਹੈ, ਹਾਂਜੀ। ਤੇ ਤੁਹਾਨੂੰ ਕੀ ਲੱਗਦਾ ਹੈ ਕਿ 14 ਸਾਲ ਹੋ ਗਏ ਨੇ ਇਸ ਬਿਲਡਿੰਗ ਨੂੰ, ਤੇ ਕਿਹੜੇ ਸਾਲ ਤੱਕ ਕੰਪਲੀਟ ਹੋਏਗੀ? ਜਾਂ ਸਟੂਡੈਂਟਸ ਜਦ ਮੈਂ ਸਪੋਜ਼ ਮੈਂ ਜੇ 10 ਸਾਲ ਬਾਅਦ ਆਵਾਂਗਾ ਐਲੂਮਨੀ ਬਣ ਕੇ, ਤਾਂ ਵੀ ਇਹ ਇਹੋ ਜਿਹੀ ਰਹੂਗੀ? ਇਹਦੇ ਵਿੱਚ ਜੇ ਮੈਂ ਮੀਡੀਆ ਦੀਆਂ ਰਿਪੋਰਟਸ ਤੇ RTA ਦੇ ਵਿੱਚ ਆਏ ਹੋਏ ਜਵਾਬਾਂ ਨੂੰ ਦੇਖਾਂ ਤਾਂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਜਿੰਨੇ ਵੀ ਉੱਚ ਅਧਿਕਾਰੀ ਨੇ ਉਹ ਸਾਰੇ ਇਸ ਘਪਲੇ ਦੇ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ਾਮਲ ਨੇ, ਤੇ ਜੇ ਉਹ ਸ਼ਾਮਲ ਨੇ ਤਾਂ ਨਾ ਹੀ ਕਦੇ ਕੋਈ ਕਾਰਵਾਈ ਹੋਏਗੀ ਤੇ ਨਾ ਹੀ ਕੋਈ ਉਮੀਦ ਹੈ ਇੰਨੀ ਆਸਾਨੀ ਨਾਲ ਇਹ ਬਿਲਡਿੰਗ ਪੂਰੀ ਹੋ ਸਕੇਗੀ। ਕਿਉਂਕਿ ਇੱਥੋਂ ਇਹ ਮੈਂ ਇਸ ਕਰਕੇ ਕਹਿ ਸਕਦਾ 2021 ਦੇ ਵਿੱਚ ਇਹ ਕਹਿ ਰਹੇ ਨੇ ਕਿ ਲਗਭਗ 90 ਕਰੋੜ ਰੁਪਏ ਇਸ 'ਤੇ ਖਰਚਾ ਹੋਣਾ ਹੈ, ਜਿਹਦੇ ਵਿੱਚੋਂ 45 ਕਰੋੜ ਆ ਚੁੱਕਿਆ ਹੈ। ਕਦੋਂ? 2021 'ਚ, ਯਾਨੀ ਕਿ 9 ਦਾ ਪ੍ਰੋਜੈਕਟ ਸਟਾਰਟ ਹੋਇਆ ਹੈ, 21 ਦੇ ਵਿੱਚ ਜਾ ਕੇ 90 ਚੋਂ 45 ਕਰੋੜ ਖਰਚ ਆ ਗਏ ਤੇ 45 ਹਜੇ ਆਉਣੇ ਆ। ਇਹਦਾ ਮਤਲਬ 2021 ਦੇ ਵਿੱਚ ਅੱਧੇ ਤੋਂ ਜ਼ਿਆਦਾ ਖਰਚਾ ਹਜੇ ਪਿਆ ਸੀ ਜਿਹੜਾ ਕਰਨਾ ਹੈ। ਤੇ ਦੂਜੇ ਪਾਸੇ ਜੇ ਤੁਸੀਂ ਮੀਡੀਆ ਰਿਪੋਰਟਾਂ ਦੇ ਵਿੱਚ ਜਾਓ ਤਾਂ ਅਗਸਤ 2019 ਦੇ ਵਿੱਚ ਵਾਈਸ ਚਾਂਸਲਰ, FDO, ਡੀਨ, ਕਾਲਜ ਡਿਵੈਲਪਮੈਂਟ ਕੌਂਸਲ ਮਿਲ ਕੇ ਹਵਨ ਕਰਾ ਰਹੇ ਨੇ ਤਾਂ ਕਿ ਬਿਲਡਿੰਗ ਜਲਦੀ ਸਿਰੇ ਚੜ੍ਹੇ। ਸੋ 2019 ਦੇ ਵਿੱਚ ਤਾਂ ਹਵਨ ਕਰਾ ਰਹੇ ਨੇ ਤੇ ਨਾਲ ਇਹ ਅੰਦੇਸ਼ਾ ਦੇ ਰਹੇ ਨੇ ਕਿ ਅਗਲੇ ਸਾਲ ਯਾਨੀ ਕਿ 2020 ਦੀ 31 ਮਈ ਨੂੰ ਇਹ ਬਿਲਡਿੰਗ ਸਟਾਰਟ ਹੋ ਜਾਏਗੀ। ਤੇ ਉਸ ਤੋਂ 2 ਸਾਲ ਬਾਅਦ ਇਹ ਕਹਿ ਰਹੇ ਨੇ ਕਿ 90 ਕਰੋੜ ਰੁਪਏ ਖਰਚਾ ਹੋਣਾ, ਜਿਹਦੇ 'ਚੋਂ ਹਜੇ ਤੱਕ ਸਿਰਫ 45 ਹੀ ਖਰਚਾ ਆਇਆ। ਸੋ ਜੇ ਇਹਨਾਂ ਦਾ ਅਖਬਾਰਾਂ ਦੇ ਵਿੱਚ ਕੁਛ ਹੋਰ ਜਵਾਬ ਨੇ, RTA ਦੇ ਵਿੱਚ ਕੁਛ ਹੋਰ ਜਵਾਬ ਨੇ ਤੇ ਨਜ਼ਰ ਕੁਛ ਹੋਰ ਆ ਰਿਹਾ ਹੈ, ਤਾਂ ਅਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਮਲਟੀਪਰਪਜ਼ ਆਡੀਟੋਰੀਅਮ ਨੂੰ ਬਣਾਉਣ ਦੇ ਪਿੱਛੇ ਕੀ ਅਸਲ ਪਰਪਜ਼ ਮਲਟੀਪਰਪਜ਼ ਐਕਟੀਵਿਟੀਜ਼ ਹੀ ਸੀ ਜਾਂ ਕੋਈ ਹੋਰ ਪਰਪਜ਼ ਸੀ ਜਿਹੜਾ ਮਲਟੀਪਰਪਜ਼ ਤੋਂ ਵੀ ਇਲਾਵਾ ਹੈ। ਥੈਂਕ ਯੂ ਵੈਰੀ ਮਚ ਸਰ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ RTA ਐਕਟਿਵਿਸਟ RK ਸਿੰਗਲਾ ਸਾਡੇ ਨਾਲ ਸੀਗੇ। ਇਹਨਾਂ ਨੇ ਸਾਨੂੰ ਦੱਸਿਆ ਕਿ ਪ੍ਰੋਜੈਕਟ ਦੇ ਪਿੱਛੇ ਕਿੰਨਾ ਪੈਸਾ ਲੱਗਿਆ, ਕਿਹੜੇ ਸਾਲ ਤੋਂ ਲੱਗਿਆ ਤੇ ਕੀ ਕੰਪਲੀਸ਼ਨ ਡੇਟ ਸੀਗੀ, ਤੇ ਹਲੇ ਵੀ ਤੁਸੀਂ ਦੇਖ ਸਕਦੇ ਹੋ ਇਹ ਆਡੀਟੋਰੀਅਮ ਕਿਸੇ ਵੀ ਹਾਲਤ ਤੋਂ ਇਸ ਟਾਈਮ ਕੰਪਲੀਸ਼ਨ ਤੇ ਨੇੜੇ ਤੇੜੇ ਵੀ ਨਹੀਂ ਹੈਗਾ। ਤੇ ਅਸੀਂ PU ਪਲਸ ਦੇ ਥਰੂ ਸਟੂਡੈਂਟਸ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਐਜ਼ ਅ ਸਟੂਡੈਂਟ ਫॉर ਦਾ ਸਟੂਡੈਂਟ ਇਹ ਆਡੀਟੋਰੀਅਮ ਬਣ ਰਿਹਾ ਹੈ ਤੇ ਪਲੀਜ਼ ਕਮ ਫੋਰਵਰਡ, ਇਹ ਮੁੱਦੇ ਨੂੰ ਹਾਈਲਾਈਟ ਕੀਤਾ ਜਾਏ ਤਾਂ ਕਿ ਇਹ ਆਡੀਟੋਰੀਅਮ ਜਲਦ ਤੋਂ ਜਲਦ ਪੂਰਾ ਹੋਏ। ਥੈਂਕ ਯੂ।